अस्सलाम वालेकुम एवरीवन ਤੇ ਅੱਜ ਇਸ ਤਰ੍ਹਾਂ ਬੰਦਿਆਂ ਨਾਲ ਮਿਲਾਵਾਂਗੇ ਬੰਦਿਆਂ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਕਿ ਅਗਰ ਉਹਨਾਂ ਨੂੰ ਇੱਕ ਦਿਨ ਲਈ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਤੇ ਕੀ ਹੋਏਗਾ। ਆ ਜਾਓ ਫਿਰ। ਨਹੀਂ ਮਤਲਬ ਅਸੀਂ ਨਾ ਸ਼ੌਪਸ ਜਿਹੜੇ ਹੈਗੇ ਨਾ ਓਨਰਸ ਉਹਨਾਂ ਜਾ ਕੇ ਵਿਜ਼ਿਟ ਕਰਦੇ ਆ ਕਿ ਉਹਨਾਂ ਦਾ ਕੀ ਪੁਆਇੰਟ ਆਫ ਵਿਊ ਹੈ ਇਸ ਬਾਰੇ ਦੇ ਵਿੱਚ। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ। ਅੱਛਾ ਭਾਈਜਾਨ ਸਾਡਾ ਨਾ ਤੁਹਾਡੇ ਤੱਕ ਸਵਾਲ ਆ ਕਿ ਅਗਰ ਤੁਹਾਨੂੰ ਇੱਕ ਦਿਨ ਲਈ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਤੇ ਕੀ ਚੇਂਜ ਲੈ ਕੇ ਆਓਗੇ ਤੁਸੀਂ? ਮੈਂ ਸਾਡੇ ਨਾਲ ਪਹਿਲੇ ਕੋਸ਼ਿਸ਼ ਕਰਾਂਗਾ ਕਿ ਬੇਰੋਜ਼ਗਾਰੀ ਬਹੁਤ ਹੈ ਪਾਕਿਸਤਾਨ 'ਚ, ਹਾਂਜੀ ਇਹਨਾਂ ਲਈ ਜੋਬ ਪ੍ਰੋਵਾਈਡ ਕਰਾਂਗਾ। ਮੇਰੇ ਕੋ ਆਈਡੀਆ ਮੈਂ ਆਪਣਾ ਲੜਾਵਾਂਗਾ ਕਿਸ ਤਰ੍ਹਾਂ ਜੋਬ ਪ੍ਰੋਵਾਈਡ ਕਰਨੀ। ਠੀਕ ਆ। ਮੇਰੇ ਕੋ ਇਹਦੇ ਮਤਲਬ ਸਕੀਮ ਹੋਏਗੀ, ਇੱਕ ਪਲਾਨ ਹੁੰਦਾ ਹਰ ਬੰਦੇ ਕੋ। ਸਹੀ ਆ। ਤੇ ਮੈਂ ਇੱਕ ਦਿਨ ਬੈਠਾ ਹਾਂ ਜੀ ਸੋਚ ਰਿਹਾ ਸੀ ਮੈਂ ਕਿ ਜੋਬ ਕਿਸ ਤਰ੍ਹਾਂ ਪ੍ਰੋਵਾਈਡ ਕਰਨੀ। ਜ਼ਿਆਦਾ ਦੇਖਦੇ ਆ ਕਿ ਜੀ ਇਨਵੈਸਟਮੈਂਟ ਆਏ, ਜੋਬ ਪ੍ਰੋਵਾਈਡ ਹੁੰਦੀ ਹੈ, ਬੈਰੂਨ ਮੁਲਕ ਕੰਪਨੀਆਂ ਵਗੈਰਾ ਆਉਣ, ਸਾਡਾ ਆਪਣਾ ਬਿਜ਼ਨਸ ਯਾਨੀ ਕਿ ਇਲਾਕਾ ਜਦੋਂ ਤਰੱਕੀ ਕਰਦਾ ਇੱਕ ਬੰਦੇ ਨੇ ਨਾਲ ਇਲਾਕਾ ਤਰੱਕੀ ਨਹੀਂ ਕਰਦਾ, ਸਾਰੀ ਪਬਲਿਕ ਤਰੱਕੀ ਕਰੇ ਤੇ ਇਲਾਕਾ ਤਰੱਕੀ ਕਰਦਾ। ਬਿਲਕੁਲ। ਫੋਰ ਐਗਜ਼ਾਮਪਲ ਹੁਣ ਛੋਟੀ ਜੀ ਜੋਬ ਦੀ ਮੈਂ ਤੁਹਾਨੂੰ ਇੱਕ ਦੱਸ ਦੇਣਾ ਕਿ ਕਿੰਨੀਆਂ ਜੋਬਾਂ ਪ੍ਰੋਵਾਈਡ ਹੋ ਜਾਂਦੀਆਂ, ਕਿਸ ਤਰ੍ਹਾਂ ਹੋ ਜਾਂਦੀਆਂ ਮੈਂ ਦੱਸ। ਬੈਂਕ ਤਬਕੇ 'ਚ ਸਾਰੇ ਜਿਹੜੇ ਹੈ ਬਾਹਰ ਸਿਕਿਉਰਿਟੀ ਗਾਰਡ, ਅੱਗੇ ਪਿੱਛੇ ਪ੍ਰਾਈਵੇਟ ਬਿਲਕੁਲ। ਬੜੀਆਂ ਬੜੀਆਂ ਫੈਕਟਰੀਆਂ ਅੱਗੇ ਪਿੱਛੇ ਆ, ਕੋਈ ਰੱਖਦਾ ਚੋਰੀ ਚਕਾਰੀ, ਪੁਲਿਸ ਨੂੰ ਇੱਧਰ ਵੀ ਦੌੜਨਾ ਪੈਂਦਾ ਉੱਧਰ ਵੀ ਦੌੜਨਾ ਪੈਂਦਾ। ਇਹਨਾਂ ਲਈ ਬਿਹਤਰੀਨ ਹੱਲ ਇਹ ਹੈ ਗੌਰਮੈਂਟ ਆਪਣੇ ਅੰਡਰ ਇੱਕ ਐਸਾ ਅਦਾਰਾ ਬਣਾਏ ਜਿਹਦੀ ਪੇ ਗੌਰਮੈਂਟ ਨੇ ਨਹੀਂ ਕਰਨੀ। ਅੱਛਾ। ਪੇ ਵੀ ਨਹੀਂ ਗੌਰਮੈਂਟ ਨੇ ਕਰਨੀ। ਸਾਡਾ ਮਜ਼ੇ ਦੀ ਗੱਲ ਹੈ ਨਾ ਕਿ ਗੌਰਮੈਂਟ ਦੇ ਨਹੀਂ ਜਾ ਰਹੇ ਪੈਸੇ, ਲੇਕਿਨ ਉਹ ਗੌਰਮੈਂਟ ਦੇ ਅੰਡਰ ਹੋਣ, ਉਹਨਾਂ ਨੂੰ ਸਟੈਪ ਬਾਈ ਸਟੈਪ ਉਹਨਾਂ ਦੀਆਂ ਪੋਸਟਾਂ ਹੋਣ, ਹਰ ਚੀਜ਼ ਹੋਏ, ਇੱਕ ਪੂਰੀ ਤਨਜ਼ੀਮ ਬਣਾ ਲਈ। ਹੁਣ ਅਸੀਂ ਹਾਂ ਸਾਡੀ ਸ਼ੌਪ ਤੋਂ ਆ ਕੇ ਕਿਹਾ ਭਾਈ ਕੰਟਰੀਬਿਊਟ ਕਰਨੇ, ਇੱਕ ਇੱਕ ਦੁਕਾਨ ਵਾਲਿਆਂ ਨੂੰ 200 ਦੇਣਾ, ਇੱਕ ਬੜੀ ਅੱਛੀ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹਾਂ। ਕਿੰਨੀ ਮਾਰਕੀਟ ਹੈ, ਠੀਕ ਆ। 5 ਤੋਂ 7 ਬੰਦੇ ਇਧਰਲੇ ਪਾਸੇ, 8 ਤੋਂ 10 ਜਣੇ ਪਰਲੇ ਪਾਸੇ, ਕਿੰਨੇ ਬੰਦਿਆਂ ਦਾ ਰੋਜ਼ਗਾਰ ਲੱਗ ਗਿਆ। ਜੋਬ ਵੀ ਪ੍ਰੋਵਾਈਡ ਹੋ ਗਈ, ਜੋਬ ਵੀ ਪ੍ਰੋਵਾਈਡ ਹੋ ਗਈ ਤੇ ਕਹਿਣਾ ਕੀ ਗਵਰਨਮੈਂਟ ਸਰਵੈਂਟ। ਬੈਜ ਵੀ ਲੱਗ ਗਿਆ, ਉਹਦੇ ਉੱਤੇ ਇੱਕ ਇੰਚਾਰਜ ਵੀ ਹੋਣਾ। ਪੁਲਿਸ ਦੀ ਚੋਰੀ ਚਕਾਰੀ ਘਟੇਗੀ, ਕਿੰਨਾ ਕੰਮ ਘਟੇਗਾ। ਏਦਾਂ ਹੀ ਹੈ। ਬਿਲਕੁਲ। ਇਹ ਹੀ ਚੀਜ਼ਾਂ ਮਿਲਾਂ ਤੇ ਫੈਕਟਰੀਆਂ 'ਚ ਲਾਹੌਰ, ਸ਼ਾਹ ਆਲਮ, ਅੱਗੇ ਪਿੱਛੇ ਐਡਾ ਵੱਡਾ ਬਾਜ਼ਾਰ ਹੈ, ਕਿੰਨੀ ਜਦੋਂ ਉਹਨੂੰ ਕੈਲਕੂਲੇਸ਼ਨ ਕਰੋਗੇ ਲੱਖਾਂ 'ਚ ਜਾਣਗੀਆਂ। ਬਈ ਬਣ ਸਕਦੇ ਆ ਬਈ, ਮੈਂ ਤਾਂ ਨਹੀਂ ਕਵਾਂਗਾ ਬਈ ਬਣ ਸਕਦੇ ਆ ਪ੍ਰਾਈਮ ਮਿਨਿਸਟਰ। ਹੋਰ ਵੀ ਕਾਫੀ ਚੀਜ਼ਾਂ ਜਿਹਦੇ ਨਾਲ ਜੋਬਾਂ ਪ੍ਰੋਵਾਈਡ ਕਰਦੇ, ਲੇਕਿਨ ਇਨਸਾਨ ਸੋਚੇ, ਕੋਈ ਸਟੈਪ ਚੁੱਕੇ। ਹੁਣ ਪ੍ਰਾਈਵੇਟ ਵੀ ਸਾਡੀ ਕਈ ਤਨਜ਼ੀਮਾਂ ਬਹੁਤ ਅੱਛਾ ਕੰਮ ਕਰ ਰਹੀਆਂ, ਉਹਨਾਂ 'ਚੋਂ ਅੱਛੇ ਪਰਸਨ ਚੁੱਕ ਕੇ ਅੱਗੇ ਲਿਆਉਣ। ਸਿਰਾਤੇ ਮੁਸਤਕੀਮ ਦੇ ਬਹੁਤ ਅੱਛੇ ਬੰਦੇ ਆ, ਬੜੇ ਅੱਛੇ ਤਰੀਕੇ ਨਾਲ ਲੋਕਾਂ ਦੇ ਪੈਸਾ ਲੈ ਕੇ ਅੱਗੇ ਕੰਟਰੀਬਿਊਟ ਕਰ ਰਹੇ ਆ। ਐਂ ਤੇ ਕੁਝ ਪਰਸਨ ਚੰਦ ਤੁਹਾਡੇ ਵਰਗੇ ਲਿਆਣ, ਜਿਹੜੇ ਤੁਸੀਂ ਦਿਨ ਰਾਤ ਪਬਲਿਕ 'ਚ ਜਾ ਰਹੇ ਹੋ, ਤੁਹਾਨੂੰ ਪੁਆਇੰਟ ਆਫ ਵਿਊ ਪਤਾ ਹੈ, ਜਿਨ੍ਹਾਂ ਨੂੰ ਪਬਲਿਕ ਦੀ ਓਪੀਨੀਅਨ ਦਾ ਪਤਾ, ਉਹਨਾਂ ਨੂੰ ਚੁੱਕ ਕੇ ਅੱਗੇ ਲਿਆਉਣ। ਬਿਲਕੁਲ। ਬਹੁਤ ਅੱਗੇ ਅੱਛੇ ਕੰਮ। ਬਹੁਤ ਸ਼ੁਕਰੀਆ ਭਾਈਜਾਨ, ਬਹੁਤ ਸ਼ੁਕਰੀਆ। ਠੀਕ ਹੈ ਨਾ, ਤੁਸੀਂ ਦੇਖਿਆ ਭਾਈਜਾਨ, ਸਾਨੂੰ ਸਭ ਤੋਂ ਅੱਛਾ ਜਿਹੜਾ ਹੈ ਤਾਂ ਜਵਾਬ ਲੱਭਣਾ ਉਹ ਇਸੇ ਲੱਭਾ ਹੈ। ਹੁਣ ਆਜੋ ਅੱਗੇ ਹੋਰ ਵਿਜ਼ਿਟ ਕਰਦੇ ਆ ਆਵਾਮ ਨੂੰ। ਚਲੋ ਫਿਰ ਆਜੋ। ਲਓ ਜੀ ਅਸੀਂ ਆ ਗਏ ਹੁਣ ਇੱਥੇ ਇੱਕ ਰਾਤ ਸਾਨੂੰ ਹੋਟਲ ਲੱਭ ਗਿਆ ਸੀ, ਅਸੀਂ ਹੋਟਲ ਤੇ ਆ ਗਏ ਹਾਂ। अस्सलाम वालेकुम भाईजान। ਕੀ ਹਾਲ ਹੈ? ਠੀਕ ਹੈ। ਅੱਛਾ ਉਸਤਾਦ ਜੀ, ਸਾਡਾ ਤੁਹਾਡੇ ਤੋਂ ਸਵਾਲ ਆ ਕਿ ਅਗਰ ਤੁਹਾਨੂੰ ਇੱਕ ਦਿਨ ਲਈ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਮਤਲਬ ਵਜ਼ੀਰ ਆਜ਼ਮ ਬਣਾ ਦਿੱਤਾ ਜਾਂਦਾ, ਕੀ ਕਰੋਗੇ? ਅਸੀਂ ਕੀ ਕਰ ਸਕਦੇ ਹਾਂ ਜੀ ਬਹੁਤ ਕੁਝ ਕਰ ਸਕਦੇ ਯਾਰ, ਇੱਕ ਬੰਦੇ ਵਜ਼ੀਰ ਆਜ਼ਮ ਪਾਵਰ ਹੋਣੀ ਤੁਹਾਡੇ ਕੋਲ ਇੱਕ ਦਿਨ ਲਈ, ਲੇਕਿਨ ਪਾਵਰ ਵਾਸਤੇ ਵੀ ਪਿੱਛੇ ਬੈਕਗ੍ਰਾਉਂਡ ਵੀ ਚੰਗੀ ਹੋਣੀ ਚਾਹੀਦੀ ਹੈ। ਤੁਹਾਨੂੰ ਦੇਤਾ ਬੈਕਗ੍ਰਾਉਂਡ ਦੇਤਾ, ਹਰ ਸ਼ੇ ਇੱਕ ਦਿਨ ਲਈ ਲੱਭ ਗਈ। ਇਹ ਤਾਂ ਇਮਰਾਨ ਖਾਨ ਨੂੰ ਵੀ ਮਿਲੀ ਸੀ ਤੋਂ ਪਿੱਛੇ ਹੋ ਨਹੀਂ ਨਹੀਂ, ਮਤਲਬ ਇੱਕ ਦਿਨ ਲਈ ਲੱਭ ਰਹੀ ਆ। ਜੋ ਇਮਰਾਨ ਖਾਨ ਨੇ ਕੀਤਾ ਉਸ ਤਰ੍ਹਾਂ ਨਾਲ ਤੁਸੀਂ ਕੀ ਕਰਨਾ ਚਾਹੋਗੇ? ਵੇਖੋ ਜੀ, ਜਿਹੜੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਨਾ, ਹਾਂਜੀ, ਇਹਨਾਂ ਨੂੰ ਚਾਹੀਦਾ ਕਿ ਮਹਿੰਗਾਈ ਕਮ ਕਰਨ, ਹਰ ਚੀਜ਼ ਤੇ। ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਛੱਡ ਦੋ, ਉਹ ਹੈਗੇ ਨਾ ਇਸ ਟਾਈਮ ਦੇ। ਹਾਂਜੀ, ਤੁਹਾਨੂੰ ਬਣਾ ਦਿੱਤਾ ਗਿਆ ਹੈ। ਸ਼ਹਬਾਜ਼ ਸ਼ਰੀਫ ਸਾਹਿਬ ਤੁਹਾਨੂੰ ਲੈਣ ਦਾ ਸੀ, ਤੁਸੀਂ ਮਾਮਲੇ ਹੋ ਇਸ ਟਾਈਮ ਹੁਕਮਰਾਨ ਹੋ ਇੱਕ ਦਿਨ ਲਈ, ਤੁਹਾਡਾ ਕੰਮ ਕੀ ਹੈ? ਸਾਡਾ ਤਾਂ ਇਹੀ ਹੈ ਕਿ ਮਹਿੰਗਾਈ ਕਮ ਕਰਨ। ਮਹਿੰਗਾਈ ਕਮ ਕਰੋਗੇ? ਹਰ ਬੰਦਾ ਇਹ ਕਹਿੰਦਾ ਕਿ ਮਹਿੰਗਾਈ ਕਮ ਕਰਾਂਗੇ। ਆਇਓ ਇਹਦੇ ਸਾਡੇ ਕੁਝ ਹੋਰ ਬੰਦੇ ਬੈਠੇ ਆ। ਹਾਂਜੀ ਆਇਓ ਆਇਓ ਆਇਓ। ਸਾਡੇ ਮੁਲਕ ਦੇ ਵਿੱਚ ਜਦੋਂ ਤੱਕ ਰੁਪਇਆ 2 ਰੁਪਇਆ 5 ਰੁਪਇਆ ਨਹੀਂ ਚੱਲੇਗਾ ਨਾ, ਮੁਲਕ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਸਾਡੇ ਪੈਟਰੋਲ ਪੰਪਾਂ ਤੇ ਤੁਸੀਂ ਚਲੇ ਜਾਓ, ਉੱਥੇ ਤੁਸੀਂ ਦੇਖੋ ਕਿ ਪੈਟਰੋਲ ਪੰਪ ਦਾ ਅਗਰ 1 ਲੀਟਰ ਦਾ ਤੇਲ 373 ਰੁਪਏ 82 ਪੈਸੇ ਨੇ ਨਾ, ਤੇ ਸਾਡੇ ਮੁਲਕ ਤੇ ਪੈਸਾ ਚੱਲਣ ਨਹੀਂ ਡਿਆ। ਪੈਸਾ ਚੱਲਦਾ ਆ, ਰੁਪਏ ਦੀ ਕਦਰ ਕੋਈ ਨਹੀਂ, ਪੈਸਾ ਚੱਲਣ ਡਿਆ। ਹਾਂ, ਤੇ ਮੁਲਕ ਤਰੱਕੀ ਕਿਸ ਤਰ੍ਹਾਂ ਕਰੇਗਾ? ਤੁਸੀਂ ਕਹ ਰਹੇ ਹੋ अगर 5 की जगह पे ਅਸੀਂ 10 रुपए लोगों दे रहे हैं, 15 रुपए दे रहे हैं, रुपया है नहीं। जिस मुल्क के अंदर रुपया नहीं, वो तरक्की किस तरह करे? ਗੱਲ ਇਹ
ਕਹਿ ਰਿਹਾ ਕਿ ਤੁਹਾਡਾ ਪੈਸਾ ਉਹ ਡੀਵੈਲਿਊ ਹੋ ਚੁੱਕਿਆ ਹੈ ਹਾਂ। ਠੀਕ ਹੈ ਤੇ ਤੁਹਾਡੇ ਕੋਲ ਪੈਸੇ ਦੀ ਕਦਰ ਨਹੀਂ ਹੈਗੀ ਇਦਾਂ ਹੀ ਹੈ ਰੁਪਏ ਦੀ ਕਦਰ ਹੋਣੀ ਚਾਹੀਦੀ ਹੈ ਇਸ ਮੁਲਕ ਵਿੱਚ। ਸਭ ਤੋਂ ਪਹਿਲਾਂ ਰੁਪਈਆ ਚੱਲੇਗਾ ਤੇ ਮੁਲਕ ਖੁਸ਼ਹਾਲ ਹੋਏਗਾ, ਨਹੀਂ ਚੱਲੇਗਾ ਤਾਂ ਖੁਸ਼ਹਾਲ ਨਹੀਂ ਹੋਣਾ। ਸਾਰੀ ਜ਼ਿੰਦਗੀ ਵੀ ਲੱਗੇ ਰਹੋ ਨਾ ਤੇ ਨਹੀਂ ਹੋਏਗਾ, ਨਹੀਂ ਹੋਏਗਾ। ਨਹੀਂ ਹੋਏਗਾ। ਲੋ ਜੀ ਇਹ ਪੈਗਾਮ ਆ ਸਾਡਾ ਨਾ ਭਾਈ ਦਾ। ਅਗਰ ਪੈਟਰੋਲ ਪੰਪ ਤੇ ਪੈਸਾ ਚੱਲ ਸਕਦਾ ਹੈ ਤੇ ਕਿਆ ਸਾਡੇ ਮੁਲਕ 'ਚ ਰੁਪਇਆ ਨਹੀਂ ਚੱਲ ਸਕਦਾ? 5 ਨਹੀਂ ਚੱਲ ਸਕਦੇ, 2 ਨਹੀਂ ਚੱਲ ਸਕਦੇ। ਮਤਲਬ ਇਹ ਕਹਿ ਰਿਹਾ ਕਿ ਹਰ ਚੀਜ਼ ਇੰਨਾ ਸਸਤਾ ਕੀਤਾ ਜਾਵੇ ਕਿ ਜਿਹਦਾ 50-70 ਰੁਪਏ ਦੇ 2 ਰੁਪਏ ਦਾ ਬਰਾਬਰ, ਜਿਸ ਤਰ੍ਹਾਂ ਕਿ ਯੂਕੇ, ਆਸਟ੍ਰੇਲੀਆ, ਬਰਤਾਨੀਆ ਅਗਰ ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਅਗਰ ਦੇਖਣਾ ਚਾਹੁੰਦੇ ਹੋ ਤੁਸੀਂ ਤੇ ਉੱਥੇ ਰੁਪਏ ਦੀ ਕਦਰ ਹੈ। ਤੇ ਯੂਕੇ ਦੇ ਵਿੱਚ 1 ਰੁਪਏ ਦੀ ਬਹੁਤ ਕਦਰ ਆ, ਉਹਨਾਂ ਦੇ 1 ਰੁਪਏ ਇੱਧਰ ਆ ਕੇ ਪਤਾ ਬਣ ਤੁਸੀਂ ਸਾਊਦੀਆ ਚਲੇ ਜਾਓ, ਬਰਤਾਨੀਆ ਚਲੇ ਜਾਓ, ਉਸ ਤੋਂ ਇਲਾਵਾ ਦੁਬਈ ਚਲੇ ਜਾਓ, ਜਿਸ ਮਰਜ਼ੀ ਜਗ੍ਹਾ ਤੇ ਚਲੇ, ਚਾਈਨਾ ਚਲੇ ਜਾਓ, ਰੁਪਏ ਦੀ ਕਦਰ ਆ। ਉੱਥੇ ਰੁਪਏ ਦੀ ਕਦਰ। ਸਾਡੇ ਮੁਲਕ ਰੁਪਏ ਦੀ ਕਦਰ ਹੀ ਨਹੀਂ। ਸਾਡੇ ਮੁਲਕ 100 ਤੋਂ ਉੱਤੇ ਕੰਮ ਸ਼ੁਰੂ ਹੁੰਦਾ ਹੈ। ਅਗਰ ਕੋਈ ਚੀਜ਼ ਵੀ ਮਿਲਦੀ ਹੈ ਤੇ 100 ਤੋਂ ਉੱਪਰ ਮਿਲਦੀ, ਥੱਲੇ ਮਿਲਦੀ ਨੇ। ਗੱਲ ਵੀ ਸਹੀ ਹੈ। ਇੱਕ ਹੋਰ ਵੀ ਸਵਾਲ ਤੁਹਾਨੂੰ ਦੱਸ ਦੇਵਾਂ। ਹਾਂਜੀ। ਅਗਰ ਅਸੀਂ ਗੰਦਮ 1 ਲੱਖ ਦੀ ਖਰੀਦਦੇ ਹਾਂ ਨਾ ਘਰ ਵਾਸਤੇ, ਸਟਾਕ ਕਰਦੇ ਹਾਂ ਵੀ ਸਾਡੇ 1 ਲੱਖ ਦੀ ਗੰਦਮ ਖਰੀਦ ਹੋ ਗਈ ਹੈ, ਸਹੀ ਹੈ। ਅਸੀਂ 1.5 ਲੱਖ ਦੀ ਪੱਤੀ ਪੀ ਜਾਂਦੇ ਹਾਂ। ਅਗਰ ਇੱਕ ਘਰ ਦੇ ਵਿੱਚ 100 ਗ੍ਰਾਮ ਪੱਤੀ ਲੱਗਦੀ ਹੈ, ਉਹਨੂੰ ਸਾਲ ਤੇ ਜ਼ਰਬ ਦੇਵੋ, ਫਿਰ ਉਹਦੀ ਕੈਲਕੂਲੇਸ਼ਨ ਕੱਢੋ ਤੇ ਉਹ ਸਾਲ ਦੀ ਪੱਤੀ ਦੇ ਪੈਸੇ ਬਣਾਉਣਾ ਤੇ 1.5 ਲੱਖ ਰੁਪਇਆ ਬਣ ਜਾਂਦਾ। ਹੁੰਦੇ ਪਏ ਹੋ ਇੱਥੇ ਅਸੀਂ ਗੰਦਮ ਨੂੰ ਰੋਨੇ ਆ, ਕਦੀ ਕੋਸ਼ਾ ਨੂੰ ਰੋਨੇ ਆ, ਠੀਕ ਹੈ ਨਾ। ਬਿਲਕੁਲ ਬਿਲਕੁਲ। ਇਹ ਨਿੱਕੀਆਂ ਚੀਜ਼ਾਂ ਤੇ ਗੌਰ ਕਰੋ, ਲੇਕਿਨ ਨਹੀਂ ਹੁੰਦੀ। ਇਹ ਨਿੱਕੀਆਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ। ਭਈਆ ਕਹਿਣਾ ਚਾਹ ਰਹੇ ਬਾਕੀ ਬੜੀ ਗੱਲ ਕੀਤੀ ਉਸ ਸਾਜੀ ਤੇ ਪੱਤੀ 1.5 ਲੱਖ ਦੀ ਪੀਣੀ ਅਮੀਰ ਬੰਨੇ ਆ। ਆ ਜਾਓ। ਓਕੇ ਭਈਆ, ਸ਼ੁਕਰੀਆ। इधर बैठे कुछ भाई ਇਹਨੂੰ ਪੁੱਛਦੇ ਆ। अस्सलाम उस्ताद जी। उस्ताद जी, अगर ਤੁਹਾਨੂੰ ਇੱਕ ਦਿਨ ਲਈ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਾ ਦਿੱਤਾ ਜਾਵੇ ਤੇ ਕੀ ਕਰੋਗੇ? ਵਜ਼ੀਰ ਆਜ਼ਮ ਬਣਾ ਦਿੱਤਾ ਜਾਵੇ ਜੀ, ਹਾਂ ਅਸੀਂ ਕੀ ਕਰਨਾ ਜੀ? ਨਹੀਂ ਕੁਛ ਤੇ ਕਰੋਗੇ ਜਾਂ ਕੁਛ ਨਹੀਂ ਕਰੋਗੇ? ਅਸੀਂ ਕਰ ਕੀ ਸਕਦੇ ਹਾਂ, ਗਰੀਬ ਮਜ਼ਦੂਰ ਭਰਾ ਆ। ਨਹੀਂ ਇੱਕ ਦਿਨ ਬਣਾ ਦਿੱਤਾ ਗਿਆ ਨਾ ਤੁਹਾਨੂੰ, ਮੇਰਾ ਸਵਾਲ ਤੁਹਾਡਾ ਤਾਂ ਇਹੀ ਹੈ ਨਾ। ਇੱਕ ਦਿਨ ਲਈ ਤੁਹਾਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਗਿਆ ਆ, ਤੁਹਾਡਾ ਕੰਟਰੋਲ ਆ ਹਰ ਚੀਜ਼ ਦਾ, ਕੀ ਕਰੋਗੇ? ਇਹੀ ਆ ਵੀ ਗਰੀਬੀ ਹਾਲਾਤ ਜਿਹੜੇ ਹੈਗੇ, ਮਹਿੰਗਾਈ ਹੈਗੀ ਆ, ਇਹੀ ਤਾਂ ਯਾਨੀ ਕਿ ਕੰਮ ਕਰਨੇ ਚਾਹੀਦੀ ਹੈ ਜੀ। ਇਹੀ ਕੀਤੀ ਜਾਵੇ ਤਾਂ ਬਸ। ਮਤਲਬ ਅਜੇ ਵੀ ਮਹਿੰਗਾਈ ਕੰਮ ਕਰਨ ਨੂੰ ਫਿਰਦੇ ਆ, ਹਰ ਬੰਦਾ ਆ ਜਾ ਕੇ ਮਹਿੰਗਾਈ ਕੰਮ ਕਰਨ ਦੇ ਆਇਆ ਬਾਈ। ਕੀ ਵਾਕਈ ਇੰਨੀ ਕਿ ਮਹਿੰਗਾਈ ਹੈ ਪਾਕਿਸਤਾਨ ਦੇ ਵਿੱਚ? ਮੈਨੂੰ ਇਹ ਗੱਲ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜ ਅਸੀਂ ਨੈਕਸਟ ਪਰਸਨ ਚੱਲਦੇ ਹਾਂ। ਹੁਣ ਤੁਸੀਂ ਕੁਝ ਕਹਿਣਾ ਚਾਹੋਗੇ? अस्सलाम वालेकुम भाईजान। भाईजान ਕੀ ਹਾਲ ਤੁਹਾਡਾ? ਠੀਕ ਠਾਕ। ਅੱਛਾ ਭਾਈਜਾਨ, ਅਗਰ ਤੁਹਾਨੂੰ ਇੱਕ ਦਿਨ ਲਈ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਾ ਦਿੱਤਾ ਜਾਂਦਾ ਆ, ਕੀ ਕਰੋਗੇ? ਇੱਕ ਦਿਨ ਵਾਸਤੇ ਵਜ਼ੀਰ ਆਜ਼ਮ ਮੈਂ ਤਾਂ ਸਭ ਤੋਂ ਪਹਿਲੇ 18 ਸਾਲ ਦੇ ਲੜਕਿਆਂ ਦੀ ਕਹੂੰਗਾ ਕਿ ਸ਼ਾਦੀ ਕੀਤੀ ਜਾਵੇ। ਰੂਲ ਪਾਸ ਕਰ ਦੋਗੇ? ਰੂਲ ਪਾਸ ਕਰਾਂਗਾ। ਉਸ ਤੋਂ ਬਾਅਦ ਜਿਹੜਾ ਕੋਈ ਬੰਦਾ ਇਹਦੇ ਵਿੱਚ ਰੁਕਾਵਟ ਜਾਂ ਮਨਾ ਕਰੂਗਾ ਜਾਂ ਜੋ ਵੀ ਹੋਊਗਾ, ਉਹਨਾਂ ਵਾਸਤੇ ਇੱਕ ਅਲੱਗਾ ਰੂਲ ਹੋਊਗਾ ਕਿ ਉਹਨਾਂ ਨੂੰ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਦੇ ਖਿਲਾਫ, ਔਰ ਸਜ਼ਾ ਵੀ ਦਿੱਤੀ ਜਾਊਗੀ, ਔਰ ਜੁਰਮਾਨਾ ਵੀ ਕੀਤਾ ਜਾਊਗਾ। ਤਾਂ ਬੱਚੇ ਜਿਹੜੇ ਜ਼ਿਆਦਾ ਏਜ ਦੇ ਹੋ ਜਾਂਦੇ ਆ ਜਾਂ ਐਸ ਏਜ ਦੇ ਵਿੱਚ 18-19 ਸਾਲ ਦੀ 20 ਸਾਲ ਦੀ ਏਜ ਹੁੰਦੀ ਆ, ਤੇ ਉਹ ਬਹੁਤ ਗਲਤ ਕੰਮਾਂ ਵੱਲ ਨੂੰ ਚੱਲ ਜਾਂਦੇ ਆ। ਬਾਤ ਸਹੀ ਕਹਿ ਰਹੇ ਭਾਈਜਾਨ। ਤੇ ਜਿਹੜੇ ਬੰਦੇ ਭਾਈ ਦੀ ਗੱਲ ਤੋਂ ਐਗਰੀ ਆ, ਟਕਾ ਕੇ ਵੋਟਿੰਗ ਕਰੋ। ਅਸਲੇ ਅਗਲੀ ਗੱਲ ਸੁਣਦੇ ਭਾਈ। ਹੁਕਮ। ਠੀਕ ਹੈ ਭਾਈਜਾਨ। ਓਕੇ ਭਾਈ। ਓਕੇ ਭਾਈਜਾਨ, ਸੁਣ ਲਈ ਗੱਲ। ਭਾਈ ਕਹਿਣਾ ਚਾਹ ਰਿਹਾ ਕਿ ਭਾਈ ਬੱਚਿਆਂ ਦੀਆਂ ਸ਼ਾਦੀਆਂ ਟਾਈਮੋ ਟਾਈਮ ਕਰੋ ਤਾਂ ਜੁਰਮਾਨਾ ਠੋਕ ਦਾਂਗਾ। ਭਾਈ ਨੂੰ ਵਜ਼ੀਰ ਆਜ਼ਮ ਬਣਾ ਦਿਓ। ਅੱਲਾਹ ਹਾਫਿਜ਼। ਅੱਲਾਹ ਸਾਡੇ ਸਾਹਿਬ ਦਾ ਹਮੀ ਨਸਰ।